ਮੇਰਾ ਨਾਮ ਪ੍ਰਦੀਪ ਬੰਸਲ, ਸਮਾਜਿਕ ਸਿੱਖਿਆ ਮਾਸਟਰ। ਜਿਵੇਂ ਕਿ ਅਸੀਂ ਪੰਜਾਬ ਦੇ ਇਤਿਹਾਸ ਬਾਰੇ ਇੱਕ ਲੜੀ ਸ਼ੁਰੂ ਕੀਤੀ ਹੈ, ਜਿਸ ਦੇ ਤਹਿਤ ਅਸੀਂ ਪਹਿਲੀਆਂ 2 ਵੀਡੀਓ ਰਾਹੀਂ ਗੁਰੂ ਨਾਨਕ ਦੇਵ ਜੀ ਦੇ ਜਨਮ, ਉਹਨਾਂ ਦੇ ਮਾਤਾ ਪਿਤਾ ਅਤੇ ਉਹਨਾਂ ਦੀ ਨੌਕਰੀ ਸੁਲਤਾਨਪੁਰ ਲੋਧੀ ਵਿਖੇ, ਅਤੇ ਉਸ ਤੋਂ ਬਾਅਦ ਉਹਨਾਂ ਦਾ ਵਿਆਹ, ਗਿਆਨ ਪ੍ਰਾਪਤੀ, ਸਾਰਾ ਕੁਝ ਅਸੀਂ 2 ਵੀਡੀਓ ਰਾਹੀਂ ਕਰ ਚੁੱਕੇ ਹਾਂ। ਜਿਵੇਂ ਕਿ ਅਸੀਂ ਕੱਲ੍ਹ ਵਾਲੀ ਵੀਡੀਓ ਰਾਹੀਂ ਗੁਰੂ ਨਾਨਕ ਦੇਵ ਜੀ ਦੀ ਜੋ ਉਹਨਾਂ ਦੀਆਂ ਉਦਾਸੀਆਂ, ਕਿ ਉਹ ਗਿਆਨ ਪ੍ਰਾਪਤੀ ਉਹਨਾਂ ਨੂੰ 1499 ਈਸਵੀ ਵਿੱਚ ਹੋਈ ਸੀ। ਗਿਆਨ ਪ੍ਰਾਪਤੀ ਤੋਂ ਬਾਅਦ ਉਹਨਾਂ ਨੇ 1500 ਈਸਵੀ ਤੋਂ ਲੈ ਕੇ 1521 ਈਸਵੀ ਤੱਕ ਲਗਾਤਾਰ ਵਿਦਵਾਨਾਂ ਦੇ ਜੋ ਉਹਨਾਂ ਦਾ ਉਦਾਸੀਆਂ ਸੰਬੰਧੀ ਮਤਭੇਦ ਪਾਇਆ ਜਾਂਦਾ, ਪਰ ਜੋ ਸਾਡੀ ਪੰਜਾਬ ਬੋਰਡ ਦੀ 10ਵੀਂ ਦੀ ਕਿਤਾਬ ਹੈ, ਉਸ ਵਿੱਚ ਉਹਨਾਂ ਦੇ 4 ਉਦਾਸੀਆਂ ਦਾ ਵਰਣਨ ਕੀਤਾ ਹੋਇਆ। ਕਿਉਂਕਿ ਅਸੀਂ ਪੰਜਾਬ ਦੇ ਟੈਸਟ ਲਈ ਤਿਆਰੀ ਕਰ ਰਹੇ ਹਾਂ, ਅਸੀਂ ਪੰਜਾਬ ਦੇ ਜੋ ਵਿਦਿਆਰਥੀ 10ਵੀਂ ਕਰ ਰਹੇ ਹਨ, 12ਵੀਂ ਕਰ ਰਹੇ ਹਨ, ਉਹ ਸਾਰੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਅਧੀਨ ਆਉਂਦੇ ਹਨ। ਤਾਂ ਕਰਕੇ ਅਸੀਂ ਸਾਡੀ 10ਵੀਂ ਕਲਾਸ ਦੀ ਕਿਤਾਬ ਦੇ ਮੁਤਾਬਕ 4 ਉਦਾਸੀਆਂ ਹੀ ਕਰਾਂਗੇ। ਕਿਉਂਕਿ ਜੇਕਰ ਕੋਈ ਉਮੀਦਵਾਰ ਕਿਸੇ ਵੀ ਟੈਸਟ ਦੀ ਤਿਆਰੀ ਕਰ ਰਿਹਾ, ਜੇ ਉੱਥੇ ਇਹ ਕੁਐਸਚਨ ਆਉਂਦਾ ਹੈ ਕਿ ਗੁਰੂ ਨਾਨਕ ਦੇਵ ਜੀ ਦੀਆਂ ਕਿੰਨੀਆਂ ਉਦਾਸੀਆਂ ਸਨ, ਜੇ ਅਸੀਂ ਫਿਰ 4 ਹੀ ਲਿਖਾਂਗੇ। ਕਿਉਂਕਿ ਪੰਜਾਬ ਬੋਰਡ ਸਕੂਲ ਸਿੱਖਿਆ ਬੋਰਡ ਦੀ ਜੋ 10ਵੀਂ ਕਲਾਸ ਦੀ ਕਿਤਾਬ ਹੈ, ਉਸ ਦੇ ਵਿੱਚ 4 ਉਦਾਸੀਆਂ ਹੀ ਲਿਖਿਆ ਹੈ। ਜਿਵੇਂ ਕਿ ਅਸੀਂ ਕੱਲ੍ਹ ਸਭ ਤੋਂ ਪਹਿਲਾਂ ਪੜ੍ਹਿਆ ਸੀ ਕਿ ਪਹਿਲੀ ਉਦਾਸੀ ਦੌਰਾਨ ਗੁਰੂ ਜੀ ਸੁਲਤਾਨਪੁਰ ਲੋਧੀ ਤੋਂ ਸੱਯਦਪੁਰ ਗਏ ਸਨ, ਜਿਸ ਨੂੰ ਐਮਨਾਬਾਦ ਵੀ ਕਿਹਾ ਜਾਂਦਾ। ਉੱਥੇ ਭਾਈ ਲਾਲੋ ਅਤੇ ਹਿੰਦੂ ਕਰਮਚਾਰੀ ਮਲਿਕ ਭਾਗੋ ਨਾਲ ਮੁਲਾਕਾਤ ਹੋਈ ਸੀ। ਮਲਿਕ ਭਾਗੋ ਨੂੰ ਗੁਰੂ ਜੀ ਨੇ ਇੱਕ ਸਹੀ ਰਸਤਾ ਦਿਖਾਇਆ ਸੀ ਕਿ ਜੋ ਉਸ ਦਾ ਭੋਜਨ ਹੈ, ਉਸ ਦੇ ਪਕਵਾਨ ਹਨ, ਉਹ ਲੋਕਾਂ ਦੇ ਖੂਨ ਨਾਲ ਬਣੇ ਹੋਏ ਹਨ, ਭਾਵ ਉਸਨੇ ਲੋਕਾਂ ਦੇ ਹੱਕ ਦੀ ਕਮਾਈ ਖਾਧੀ ਹੋਈ ਹੈ। ਫਿਰ ਗੁਰੂ ਜੀ ਤੁਲੰਬਾ, ਉੱਥੇ ਸੱਜਣ ਨਾਮੀ ਠੱਗ ਨੂੰ ਉਹਨਾਂ ਨੇ ਸਹੀ ਰਸਤਾ ਦਿਖਾਇਆ ਸੀ। ਫਿਰ ਪੋਹੇਵਾ, ਕੁਰੂਕਸ਼ੇਤਰ, ਉੱਥੇ ਸੂਰਜ ਸੰਬੰਧੀ, ਗ੍ਰਹਿਣ ਸੰਬੰਧੀ ਜੋ ਘਟਨਾ ਵਾਪਰੀ ਸੀ, ਲੋਕਾਂ ਨੂੰ ਕਿਹਾ ਸੀ ਇਹ ਤਾਂ ਕੁਦਰਤ ਦਾ ਨਿਯਮ ਹੈ, ਅਤੇ ਜਦੋਂ ਚੰਦ ਧਰਤੀ ਅਤੇ ਸੂਰਜ ਦੇ ਵਿਚਕਾਰ ਆ ਜਾਂਦਾ ਹੈ ਤਾਂ ਸੂਰਜ ਗ੍ਰਹਿਣ ਲੱਗ ਜਾਂਦਾ ਹੈ। ਫਿਰ ਗੁਰੂ ਜੀ ਪਾਣੀਪਤ ਅਤੇ ਦਿੱਲੀ, ਅਤੇ ਫਿਰ ਗੁਰੂ ਉੱਥੋਂ ਹਰਿਦੁਆਰ। ਫਿਰ ਹਰਿਦੁਆਰ ਦੇ ਨਾਲ ਜੋ ਸੰਬੰਧਿਤ ਘਟਨਾ ਹੈ, ਉਹ ਹੈ ਸੂਰਜ ਨੂੰ ਪਾਣੀ ਦੇਣ ਵਾਲੀ, ਤਾਂ ਜਿੱਥੇ ਗੁਰੂ ਜੀ ਨੇ ਸੂਰਜ ਵੱਲ ਪਿੱਠ ਕਰਕੇ ਆਪਣੇ ਖੇਤਾਂ ਨੂੰ ਪਾਣੀ ਦੇਣ ਦੀ ਘਟਨਾ ਕੌਤਕ ਦਿਖਾਇਆ ਸੀ। ਫਿਰ ਹਰਿਦੁਆਰ ਤੋਂ ਬਾਅਦ ਗੁਰੂ ਜੀ ਗੋਰਖਮਤਾ। ਇੱਥੇ ਤੱਕ ਅਸੀਂ ਕੱਲ੍ਹ ਵੀਡੀਓ ਪਾਈ ਸੀ, ਕੱਲ੍ਹ ਕੰਮ ਕੀਤਾ, ਇੱਥੇ ਤੱਕ ਅਸੀਂ ਕਰ ਚੁੱਕੇ ਹਾਂ। ਤਾਂ ਉਸ ਤੋਂ ਅੱਗੇ ਅਸੀਂ ਅੱਜ ਕਰਾਂਗੇ, ਅਸੀਂ ਸੱਯਦਪੁਰ, ਤੁਲੰਬਾ, ਕੁਰੂਕਸ਼ੇਤਰ, ਦਿੱਲੀ, ਹਰਿਦੁਆਰ, ਗੋਰਖਮਤਾ, ਇੱਥੇ ਜੋ ਘਟਨਾਵਾਂ ਵਾਪਰੀਆਂ ਉਹਨਾਂ ਸਾਰਿਆਂ ਬਾਰੇ ਕਰ ਚੁੱਕੇ ਹਾਂ। ਅਸੀਂ ਅੱਜ ਅਸੀਂ ਫਿਰ ਗੋਰਖਮਤਾ ਤੋਂ ਹੁੰਦੇ ਹੋਏ ਇਹ ਅਯੁੱਧਿਆ ਅਤੇ ਪ੍ਰਯਾਗ ਜੋ ਕਿ ਉੱਤਰ ਪ੍ਰਦੇਸ਼ ਦੇ ਵਿੱਚ ਹੈ, ਅਯੁੱਧਿਆ, ਪ੍ਰਯਾਗ, ਅਤੇ ਫਿਰ ਉਸ ਤੋਂ ਬਾਅਦ ਹੁੰਦੇ ਹੋਏ ਇਹ ਬਨਾਰਸ ਪਹੁੰਚੇ। ਬਨਾਰਸ ਜੋ ਕਿ ਸਾਡਾ ਲਗਭਗ ਉੱਤਰ ਪ੍ਰਦੇਸ਼ ਦੇ ਵਿੱਚ ਹੈ। ਬਨਾਰਸ ਉੱਤਰ ਪ੍ਰਦੇਸ਼ ਦੇ ਵਿੱਚ ਹੈ। ਪ੍ਰਯਾਗ ਉਹ ਜਗ੍ਹਾ ਹੈ ਜਿੱਥੇ ਗੰਗਾ ਅਤੇ ਜਮਨਾ ਦਾ ਸੰਗਮ ਹੁੰਦਾ ਹੈ, ਜਿੱਥੇ ਕੁੰਭ ਦਾ ਮੇਲਾ ਵੀ ਲੱਗਦਾ ਹੈ। ਤਾਂ ਕਿਉਂਕਿ ਗੁਰੂ ਜੀ ਦਾ ਜੋ ਉਦਾਸੀਆਂ ਸੀ, ਇਹਨਾਂ ਦਾ ਮਕਸਦ ਸੀ ਲੋਕਾਂ ਨੂੰ ਅੰਧ ਵਿਸ਼ਵਾਸਾਂ ਦੇ ਵਿੱਚੋਂ ਕੱਢਣਾ। ਤਾਂ ਪ੍ਰਯਾਗ ਵੀ ਹਿੰਦੂਆਂ ਦਾ ਇੱਕ ਧਾਰਮਿਕ ਸਥਾਨ ਹੈ। ਉੱਥੇ ਵੀ ਗੁਰੂ ਜੀ ਨੇ ਲੋਕਾਂ ਨੂੰ ਸਿੱਧੇ ਰਸਤੇ ਪਾਇਆ ਹੋਣਾ। ਫਿਰ ਪ੍ਰਯਾਗ ਤੋਂ ਬਾਅਦ ਗੁਰੂ ਜੀ ਬਨਾਰਸ ਪਹੁੰਚੇ, ਅਤੇ ਉੱਥੇ ਇਹਨਾਂ ਦੀ ਮੁਲਾਕਾਤ ਪੰਡਿਤ ਚਤੁਰਦਾਸ ਨਾਲ ਹੋਈ। ਅਸੀਂ ਸਿਰਫ ਜੋ ਟੈਸਟ ਦੀ ਤਿਆਰੀ ਕਰ ਰਹੇ ਨੇ, ਅਸੀਂ ਨੇ ਸਿਰਫ ਇਹ ਯਾਦ ਰੱਖਣਾ ਕਿ ਬਨਾਰਸ ਦੇ ਵਿੱਚ ਜਿਵੇਂ ਕਿਹਾ ਜਾਂਦਾ ਬਨਾਰਸੀ ਠੱਗ, ਬਹੁਤ ਕਹਾਵਤ ਮਸ਼ਹੂਰ ਆ ਗਈ। ਜੇਕਰ ਕੋਈ ਬੰਦਾ ਜ਼ਿਆਦਾ ਹੁਸ਼ਿਆਰ ਹੋਵੇ, ਜ਼ਿਆਦਾ ਚਤੁਰ ਹੋਵੇ, ਕਿਸੇ ਨਾਲ ਜ਼ਿਆਦਾ ਗੱਲਾਂ ਬਾਤਾਂ 'ਚ ਹੁਸ਼ਿਆਰ ਹੋਵੇ, ਜਾਂ ਵਪਾਰ ਕਰਨ ਦੇ ਵਿੱਚ ਜ਼ਿਆਦਾ ਤੇਜ਼ ਹੋਵੇ, ਤਾਂ ਅਸੀਂ ਆਮ ਤੌਰ 'ਤੇ ਕਿਹਾ ਜਾਂਦਾ ਪੰਜਾਬੀ 'ਚ ਕਹਾਵਤ ਆ ਬਨਾਰਸੀ ਠੱਗ। ਕਿਉਂਕਿ ਬਨਾਰਸ ਦੇ ਠੱਗ ਬਹੁਤ ਜ਼ਿਆਦਾ ਫੇਮਸ ਨੇ। ਤਾਂ ਅਸੀਂ ਬਨਾਰਸੀ ਠੱਗ ਤੋਂ ਅਸੀਂ ਯਾਦ ਕਰ ਸਕਦੇ ਹਾਂ ਬਨਾਰਸ ਭਾਵ ਚਤੁਰ। ਤਾਂ ਬਨਾਰਸ ਦੇ ਵਿੱਚ ਪੰਡਿਤ ਚਤੁਰਦਾਸ ਦੇ ਨਾਲ ਇਹਨਾਂ ਦੀ ਮੁਲਾਕਾਤ ਹੋਈ ਸੀ। ਕਿ ਚਤੁਰਦਾਸ ਗੁਰੂ ਜੀ ਤੋਂ ਇੰਨਾ ਜ਼ਿਆਦਾ ਪ੍ਰਭਾਵਿਤ ਹੋਇਆ ਕਿ ਇਹਨਾਂ ਦਾ ਉਹ
ਇਹਨਾਂ ਦਾ ਸ਼ਰਧਾਲੂ ਬਣ ਗਿਆ। ਜਿੱਥੇ ਗੁਰੂ ਜੀ ਬਨਾਰਸ ਵਿਖੇ ਠਹਿਰੇ ਸਨ, ਉੱਥੇ ਅੱਜ ਕੱਲ੍ਹ ਗੁਰੂ ਕਾ ਬਾਗ ਨਾਮੀ ਗੁਰਦੁਆਰਾ ਹੈ। ਅਸੀਂ ਦੋ ਗੱਲਾਂ ਮੇਨ ਰੱਖਣੀਆਂ ਨੇ ਗਿਆ। ਸਭ ਤੋਂ ਪਹਿਲਾਂ ਬਨਾਰਸ ਮੁਲਾਕਾਤ ਕਿਹਦੇ ਨਾਲ ਹੋਈ? ਚਤੁਰਦਾਸ ਨਾਲ। ਅਤੇ ਜਿੱਥੇ ਗੁਰੂ ਜੀ ਠਹਿਰੇ ਸਨ, ਉੱਥੇ ਅੱਜ ਕੱਲ੍ਹ ਗੁਰੂ ਕਾ ਬਾਗ ਗੁਰੂਦੁਆਰਾ ਹੈ। ਫਿਰ ਉੱਥੋਂ ਗੁਰੂ ਜੀ ਬਨਾਰਸ ਤੋਂ ਹੁੰਦੇ ਹੋਏ ਗੁਰੂ ਜੀ ਬੋਧ ਗਿਆ ਜੋ ਕਿ ਬਿਹਾਰ ਵਿੱਚ ਹੈ। ਬੋਧ ਗਿਆ ਬੁੱਧ ਧਰਮ ਨਾਲ ਸੰਬੰਧਿਤ ਸਥਾਨ ਹੈ, ਜਿੱਥੇ ਮਹਾਤਮਾ ਬੁੱਧ ਨੂੰ ਗਿਆਨ ਦੀ ਪ੍ਰਾਪਤੀ ਹੋਈ ਸੀ। ਫਿਰ ਗੁਰੂ ਜੀ ਬੋਧ ਗਿਆ ਹਾਜੀਪੁਰ। ਫਿਰ ਇਸ ਤਰ੍ਹਾਂ ਗੁਰੂ ਜੀ ਨੇ ਭਾਵ ਉੱਤਰ ਪ੍ਰਦੇਸ਼ ਤੋਂ ਬਾਅਦ ਬਿਹਾਰ ਸਟੇਟ ਦੀ ਯਾਤਰਾ ਕੀਤੀ। ਦੇਖੋ ਗੁਰੂ ਜੀ ਪੰਜਾਬ ਦੇ ਵਿੱਚੋਂ ਚੱਲੇ ਸਨ ਸੁਲਤਾਨਪੁਰ ਲੋਧੀ ਤੋਂ। ਫਿਰ ਕਰਦੇ ਕਰਦੇ ਇਹ ਪਾਕਿਸਤਾਨ 'ਚ ਗਏ। ਪਾਕਿਸਤਾਨ ਤੋਂ ਥੋੜ੍ਹੇ ਜਿਹੇ ਇਲਾਕੇ ਤੋਂ ਬਾਅਦ ਗੁਰੂ ਜੀ ਫਿਰ ਉੱਤਰਾਖੰਡ ਤੋਂ ਹੁੰਦੇ ਗੁਰੂ ਜੀ ਪਹਿਲਾਂ ਪਾਕਿਸਤਾਨ ਦੇ ਭਾਵ ਸੱਯਦਪੁਰ ਤੋਂ ਫਿਰ ਇਹ ਗਏ ਤੁਲੰਬਾ ਤੋਂ ਬਾਅਦ ਫਿਰ ਇਹ ਉੱਥੋਂ ਘੁੰਮ ਕੇ ਫਿਰ ਇਹ ਆਪਣਾ ਕੁਰੂਕਸ਼ੇਤਰ ਤੋਂ ਬਾਅਦ ਇਹ ਦਿੱਲੀ ਤੋਂ ਬਾਅਦ ਗੁਰੂ ਜੀ ਉੱਪਰ ਵਾਲੇ ਖੇਤਰ ਉੱਤਰਾਖੰਡ ਦੇ ਜੋ ਫੇਮਸ ਹਰਿਦੁਆਰ, ਬਦਰੀਨਾਥ, ਕੇਦਾਰਨਾਥ, ਇਹ ਸਾਰੇ ਪਾਸੇ ਘੁੰਮ ਕੇ ਆਏ। ਫਿਰ ਉੱਤਰਾਖੰਡ ਤੋਂ ਬਾਅਦ ਫਿਰ ਇਹ ਘੁੰਮ ਕੇ ਫਿਰ ਇਹ ਇਸ ਤਰ੍ਹਾਂ ਕਰਦੇ ਹੋਏ ਫਿਰ ਬਨਾਰਸ ਪਹੁੰਚੇ। ਅਤੇ ਬਨਾਰਸ ਦੇ ਵਿੱਚ ਇਹਨਾਂ ਦੀ ਜੋ ਮੁਲਾਕਾਤ ਹੋਈ ਉਹ ਹੋਈ ਪੰਡਿਤ ਚਤੁਰਦਾਸ ਨਾਲ, ਜਿੱਥੇ ਅੱਜ ਕੱਲ੍ਹ ਗੁਰੂ ਕਾ ਬਾਗ ਗੁਰਦੁਆਰਾ ਹੈ। ਤਾਂ ਭਾਵ ਇੰਨੇ ਸਮੇਂ ਦੇ ਵਿੱਚ ਗੁਰੂ ਜੀ ਨੇ ਉੱਤਰ ਪ੍ਰਦੇਸ਼ ਦਾ ਜੋ ਇਲਾਕਾ ਸੀ, ਇਹ ਸਾਰਾ ਦਿੱਲੀ ਭਾਵ ਉੱਤਰੀ ਭਾਰਤ ਦਾ ਖੇਤਰ, ਦਿੱਲੀ, ਹਰਿਆਣਾ, ਉੱਤਰਾਖੰਡ, ਉੱਤਰ ਪ੍ਰਦੇਸ਼ ਤੋਂ ਬਾਅਦ ਗੁਰੂ ਜੀ ਗਏ ਆਪਣਾ ਬਿਹਾਰ ਦਾ ਜੋ ਬੋਧ ਗਿਆ ਫੇਮਸ ਹੈ, ਕਿਉਂਕਿ ਉਹ ਬੁੱਧ ਧਰਮ ਨਾਲ ਸੰਬੰਧਿਤ ਸਥਾਨ ਹੈ, ਜਿੱਥੇ ਮਹਾਤਮਾ ਬੁੱਧ ਜੀ ਨੂੰ ਗਿਆਨ ਦੀ ਪ੍ਰਾਪਤੀ ਹੋਈ ਸੀ। ਉੱਥੇ ਗਏ। ਫਿਰ ਉੱਥੋਂ ਕਰਦੇ ਹੋਏ ਗੁਰੂ ਜੀ ਹਾਜੀਪੁਰ ਭਾਵ ਅਸੀਂ ਯਾਦ ਕਰ ਸਕਦੇ ਹਾਂ ਕਿ ਉੱਤਰੀ ਭਾਰਤ ਦੀ ਯਾਤਰਾ ਕਰ ਰਹੇ ਗੁਰੂ ਜੀ ਇਸ ਸਮੇਂ ਦੇ ਦੌਰਾਨ ਪਹਿਲਾਂ ਸਾਡਾ ਪੰਜਾਬ, ਸੁਲਤਾਨਪੁਰ ਲੋਧੀ, ਫਿਰ ਪਾਕਿਸਤਾਨ ਦੇ ਦੋ ਖੇਤਰ, ਪਾਕਿਸਤਾਨ ਤੋਂ ਬਾਅਦ ਦਿੱਲੀ, ਕੁਰੂਕਸ਼ੇਤਰ ਤੋਂ ਬਾਅਦ ਦਿੱਲੀ ਤੋਂ ਬਾਅਦ ਉੱਤਰਾਖੰਡ ਦੇ ਸਾਰੇ ਜੋ ਫੇਮਸ ਸਥਾਨ ਨੇ ਉੱਥੇ ਗਏ। ਅਤੇ ਉੱਤਰਾਖੰਡ ਤੋਂ ਬਾਅਦ ਫਿਰ ਉੱਤਰ ਪ੍ਰਦੇਸ਼ ਦਾ ਜੋ ਖੇਤਰ ਸੀਗਾ ਬਨਾਰਸ, ਪ੍ਰਯਾਗ, ਉੱਥੇ ਗਏ। ਫਿਰ ਉੱਤਰ ਪ੍ਰਦੇਸ਼ ਤੋਂ ਬਾਅਦ ਗੁਰੂ ਜੀ ਪੂਰਬ ਵਾਲੇ ਪਾਸੇ ਬਿਹਾਰ ਦੇ ਵਿੱਚ ਗਏ। ਬਿਹਾਰ ਦੇ ਬੋਧ ਗਿਆ, ਧੂਬਰੀ, ਉਸ ਤੋਂ ਬਾਅਦ ਹਾਜੀਪੁਰ ਗਏ। ਫਿਰ ਇਸ ਤੋਂ ਬਾਅਦ ਬਿਲਕੁਲ ਜੋ ਕਿ ਕਾਮਰੂਪ, ਅਸਾਮ ਨੂੰ ਪਹਿਲਾਂ ਕਾਮਰੂਪ ਕਿਹਾ ਜਾਂਦਾ ਸੀ। ਫਿਰ ਬਿਹਾਰ ਤੋਂ ਬਾਅਦ ਧੂਬਰੀ ਵਿਖੇ ਗਏ। ਧੂਬਰੀ ਵਿਖੇ ਗੁਰੂ ਜੀ ਦੀ ਸੰਤ ਸ਼ੰਕਰ ਦੇਵ ਨਾਲ ਮੁਲਾਕਾਤ ਹੋਈ। ਧੂਬਰੀ ਦੇ ਵਿੱਚ ਗੁਰੂ ਜੀ ਦੀ ਸੰਤ ਸ਼ੰਕਰ ਦੇਵ ਦੇ ਨਾਲ ਮੁਲਾਕਾਤ ਹੋਈ ਅਤੇ ਉਹ ਵੀ ਗੁਰੂ ਜੀ ਦਾ ਭਗਤ ਬਣ ਗਿਆ। ਅਤੇ ਉਸ ਤੋਂ ਬਾਅਦ ਕਾਮਰੂਪ ਹੈ ਉਹ ਅਸਾਮ ਦਾ ਪੁਰਾਣਾ ਨਾਮ ਹੈ। ਕਾਮਰੂਪ ਦੇ ਵਿੱਚ ਇੱਕ ਜਾਦੂਗਰਨੀ ਸੀ ਨੂਰ ਸ਼ਾਹ ਨਾਮੀ ਜਾਦੂਗਰਨੀ ਨੇ ਗੁਰੂ ਜੀ ਦੇ ਉੱਤੇ ਆਪਣੀ ਤੰਤਰ ਮੰਤਰ ਵਿੱਦਿਆ ਦਾ ਪ੍ਰਯੋਗ ਕੀਤਾ, ਪਰ ਉਹ ਗੁਰੂ ਜੀ ਦੇ ਉੱਤੇ ਚੱਲ ਨਾ ਸਕੀ। ਤਾਂ ਗੁਰੂ ਜੀ ਨੇ ਨੂਰ ਸ਼ਾਹ ਨਾਮੀ ਜਾਦੂਗਰਨੀ ਨੂੰ ਉਪਦੇਸ਼ ਦਿੱਤਾ ਕਿ ਸੁੰਦਰਤਾ ਉੱਚੇ ਚਰਿੱਤਰ ਵਿੱਚ ਹੈ। ਜੋ ਸੁੰਦਰਤਾ ਹੈ ਇਨਸਾਨ ਦੀ, ਉਹ ਉੱਚੇ ਚਰਿੱਤਰ ਦੇ ਵਿੱਚ ਹੈ। ਅਤੇ ਫਿਰ ਨੂਰ ਸ਼ਾਹ ਜਾਦੂਗਰਨੀ ਸੀ, ਉਹ ਵੀ ਗੁਰੂ ਜੀ ਦੀ ਸ਼ਰਧਾਲੂ ਬਣ ਗਈ। ਇਸ ਤਰ੍ਹਾਂ ਅਸੀਂ ਨੇ ਜੋ ਮੇਨ ਸਥਾਨ ਨੇ ਉਹ ਲਏ ਹਨ। ਤਾਂ ਤੁਸੀਂ ਇਹੀ ਯਾਦ ਕਰ ਲਓ ਤਾਂ ਮੇਰੇ ਖਿਆਲ ਨਾਲ ਬਹੁਤ ਹੈ, ਕਿਉਂਕਿ ਇਹਨਾਂ ਦੇ ਵਿੱਚੋਂ ਹੀ ਪੇਪਰ ਆਉਂਦਾ ਹੈ। ਜੇਕਰ ਮਾਸਟਰ ਕਾਡਰ ਦਾ ਪੇਪਰ ਦੇਖਿਆ ਜਾਵੇ 60 ਦਾ ਜਾਂ 35-82 ਵਾਲਾ, ਤਾਂ ਤੁਸੀਂ ਚੰਗੀ ਤਰ੍ਹਾਂ ਦੇਖ ਸਕਦੇ ਹੋ ਕਿ ਇਸ ਤੋਂ ਬਾਅਦ ਕੁਝ ਜ਼ਿਆਦਾ ਨਹੀਂ ਆਇਆ ਹੋਇਆ। ਤਾਂ ਬਨਾਰਸ ਦੇ ਵਿੱਚ ਚਤੁਰਦਾਸ, ਬਨਾਰਸੀ ਠੱਗ ਤੋਂ ਯਾਦ ਕਰ ਸਕਦੇ ਹੋ। ਗਿਆ, ਸਾਰਿਆਂ ਨੇ ਪੜ੍ਹਿਆ ਹੈ ਮਹਾਤਮਾ ਬੁੱਧ ਬਾਰੇ। ਧੂਬਰੀ, ਕਾਮਰੂਪ ਅਸਾਮ ਨੂੰ ਕਿਹਾ ਜਾਂਦਾ ਹੈ। ਕਾਮਰੂਪ ਦੇ ਵਿੱਚ ਜਾਦੂਗਰਨੀ ਨੂਰ ਸ਼ਾਹ ਨੇ ਆਪਣੇ ਤੰਤਰ ਮੰਤਰ ਵਿੱਦਿਆ ਦਾ ਪ੍ਰਯੋਗ ਕੀਤਾ, ਪਰ ਗੁਰੂ ਜੀ 'ਤੇ ਉਹਦੇ ਜਾਦੂ ਨਹੀਂ ਚੱਲੇ। ਅਤੇ ਗੁਰੂ ਜੀ ਨੇ ਕਿਹਾ ਕਿ ਈਸ਼ਵਰ ਦੀ ਭਗਤੀ ਕਰਨੀ ਚਾਹੀਦੀ ਹੈ। ਜੋ ਉੱਚਾ ਚਰਿੱਤਰ ਹੈ ਉਹ ਵਿਅਕਤੀ ਦੇ ਚਰਿੱਤਰ ਹੈ, ਜੋ ਸੁੰਦਰ ਦਾ ਚਰਿੱਤਰ ਹੈ ਉਹ ਵਿਅਕਤੀ ਦੇ ਚਰਿੱਤਰ ਵਿੱਚ ਹੈ ਸੁੰਦਰਤਾ, ਨਾ ਕਿ ਵਿਅਕਤੀ ਦੇ ਰੂਪ ਵਿੱਚ। ਫਿਰ ਇਸ ਤੋਂ ਬਾਅਦ ਗੁਰੂ ਜੀ ਪੂਰਬੀ ਭਾਰਤ ਵਾਲੇ ਪਾਸੇ ਹੀ ਹਨ। ਤਾਂ ਇਸ ਤੋਂ ਬਾਅਦ
ਪੂਰਬੀ ਭਾਰਤ ਵਾਲੇ ਪਾਸੇ ਫਿਰ ਸਿਲਹਟ ਅਤੇ ਢਾਕਾ। ਜੋ ਸਿਲਹਟ ਦਾ ਖੇਤਰ ਹੈ ਉਹ ਬੰਗਲਾਦੇਸ਼ ਦੇ ਵਿੱਚ ਹੈ। ਫਿਰ ਸਿਲਹਟ ਵਿੱਚ ਗਏ। ਸਿਲਹਟ ਦੇ ਵਿੱਚ ਉਹਨਾਂ ਦੀ ਮੁਲਾਕਾਤ ਸ਼ੇਖ ਜਲਾਲ ਵਿੱਚ ਹੋਈ। ਸਿਲਹਟ ਦੇ ਵਿੱਚ ਉਹਨਾਂ ਦੀ ਮੁਲਾਕਾਤ ਸ਼ੇਖ ਜਲਾਲ ਦੇ ਨਾਲ ਹੋਈ ਅਤੇ ਸਿਲਹਟ ਤੋਂ ਬਾਅਦ ਅਤੇ ਸ਼ੇਖ ਜਲਾਲ ਤੋਂ ਬਾਅਦ ਮਿਲਮਾਤ ਫਿਰ ਉਹ ਗਏ ਢਾਕਾ। ਢਾਕਾ ਵਿੱਚ ਉਹਨਾਂ ਦਾ ਕਈ ਸੰਤਾਂ ਦੇ ਨਾਲ ਵਾਦ ਵਿਵਾਦ ਹੋਇਆ। ਗੁਰੂ ਜੀ ਨੇ ਕਿਹਾ ਕਿ ਦੇਵੀ ਦੇਵਤਿਆਂ ਦੀ ਪੂਜਾ ਦੀ ਥਾਂ ਉਹਨਾਂ ਨੂੰ ਇੱਕੋ ਸਰਬ ਸ਼ਕਤੀਮਾਨ ਪਰਮਾਤਮਾ ਦਾ ਨਾਂ ਜਪਣਾ ਚਾਹੀਦਾ ਹੈ। ਫਿਰ ਢਾਕਾ ਦੇ ਉੱਤਰੀ ਭਾਗ ਵਿੱਚ ਗੁਰੂ ਜੀ ਜਿੱਥੇ ਠਹਿਰੇ ਸਨ ਉਸ ਨੂੰ ਅੱਜ ਕੱਲ੍ਹ ਰੇਅਰ ਬਾਜ਼ਾਰ ਕਿਹਾ ਜਾਂਦਾ ਹੈ। ਜੋ ਤੁਹਾਡੇ ਯਾਦ ਕਰਨ ਦੀ ਗੱਲ ਹੈ ਉਹ ਇਹ ਹੈ ਕਿ ਧੁਬਰੀ ਦੇ ਵਿੱਚ ਮੁਲਾਕਾਤ ਸ਼ੰਕਰ ਦੇਵ ਦੇ ਨਾਲ ਹੋਈ ਸੀ। ਧੁਬਰੀ ਦੇ ਵਿੱਚ ਜੋ ਮੁਲਾਕਾਤ ਹੋਈ ਸੀ ਉਹ ਸ਼ੰਕਰ ਦੇਵ ਦੇ ਨਾਲ ਹੋਈ ਸੀ। ਅਤੇ ਕਾਮਰੂਪ ਦੇ ਵਿੱਚ ਅਸਾਮ ਦੇ ਵਿੱਚ ਨੂਰ ਸ਼ਾਹ ਨਾਮੀ ਜਾਦੂਗਰਨੀ ਨਾਲ, ਸਿਲਹਟ ਦੇ ਵਿੱਚ ਸ਼ੇਖ ਜਲਾਲ ਦੇ ਨਾਲ ਅਤੇ ਢਾਕਾ ਦੇ ਵਿੱਚ ਉਹਨਾਂ ਦਾ ਕਈ ਸੰਤਾਂ ਦੇ ਨਾਲ ਵਾਦ ਵਿਵਾਦ ਹੋਇਆ। ਅਤੇ ਜਿੱਥੇ ਉਹ ਢਾਕਾ ਦੇ ਵਿੱਚ ਜਿੱਥੇ ਉਹ ਰਹੇ ਸਨ ਉਸ ਨੂੰ ਅੱਜ ਕੱਲ੍ਹ ਰੇਅਰ ਬਾਜ਼ਾਰ ਉਸ ਨੂੰ ਅੱਜ ਕੱਲ੍ਹ ਰੇਅਰ ਬਾਜ਼ਾਰ ਕਿਹਾ ਜਾਂਦਾ ਹੈ। ਉਸ ਨੂੰ ਅੱਜ ਕੱਲ੍ਹ ਰੇਅਰ ਬਾਜ਼ਾਰ ਕਿਹਾ ਜਾਂਦਾ ਹੈ। ਇਸ ਤਰ੍ਹਾਂ ਅਸੀਂ ਇਹਨਾਂ ਥਾਵਾਂ ਨਾਲ ਜੋੜ ਸਕਦੇ ਹਾਂ ਕਿ ਧੁਬਰੀ ਦੇ ਵਿੱਚ ਸ਼ੰਕਰ ਦੇਵ ਨਾਲ, ਕਾਮਰੂਪ ਦੇ ਵਿੱਚ ਜਾਦੂਗਰਨੀ ਨੂਰ ਸ਼ਾਹ ਨਾਲ, ਅਤੇ ਸਿਲਹਟ ਦੇ ਵਿੱਚ ਸ਼ੇਖ ਜਲਾਲ ਦੇ ਨਾਲ, ਅਤੇ ਢਾਕਾ ਦੇ ਵਿੱਚ ਕਈ ਸੰਤਾਂ ਨਾਲ ਵਾਦ ਵਿਵਾਦ ਹੋਇਆ ਜਿਸ ਨੂੰ ਅੱਜ ਕੱਲ੍ਹ ਰੇਅਰ ਬਾਜ਼ਾਰ ਕਿਹਾ ਜਾਂਦਾ ਹੈ। ਜਿੱਥੇ ਗੁਰੂ ਜੀ ਰਹੇ ਸਨ ਉਸ ਨੂੰ ਅੱਜ ਕੱਲ੍ਹ ਰੇਅਰ ਬਾਜ਼ਾਰ ਕਿਹਾ ਜਾਂਦਾ ਹੈ। ਉੱਥੇ ਉਸ ਸਮੇਂ ਦਾ ਇੱਕ ਖੂਹ ਵੀ ਹੈ। ਢਾਕਾ ਦੇ ਵਿੱਚ ਉਸ ਸਮੇਂ ਦਾ ਇੱਕ ਖੂਹ ਵੀ ਹੈ। ਅਤੇ ਉਸ ਤੋਂ ਬਾਅਦ ਫਿਰ ਅਸਾਮ ਹੁੰਦੇ ਹੋਏ ਫਿਰ ਅਸਾਮ ਤੋਂ ਪਹੁੰਚੇ ਜਗਨਨਾਥਪੁਰੀ ਭਾਵ ਉੜੀਸਾ। ਜਗਨਨਾਥਪੁਰੀ ਵਿੱਚ ਵਿਸ਼ਨੂੰ ਦਾ ਬਹੁਤ ਪ੍ਰਸਿੱਧ ਮੰਦਰ ਹੈ। ਜਗਨਨਾਥਪੁਰੀ ਵਿੱਚ ਵਿਸ਼ਨੂੰ ਦਾ ਬਹੁਤ ਪ੍ਰਸਿੱਧ ਮੰਦਰ ਹੈ। ਤਾਂ ਇੱਥੇ ਉਹਨਾਂ ਨੇ ਲੋਕਾਂ ਨੂੰ ਉਪਦੇਸ਼ ਦਿੱਤਾ ਕਿ ਈਸ਼ਵਰ ਸਭ ਦੇਵੀ ਦੇਵਤਿਆਂ ਤੋਂ ਉੱਚਾ ਹੈ, ਕਿ ਜੋ ਈਸ਼ਵਰ ਹੈ ਪਰਮਾਤਮਾ ਹੈ ਉਹ ਸਾਰੇ ਦੇਵੀ ਦੇਵਤਿਆਂ ਤੋਂ ਉੱਚਾ ਹੈ। ਉਹਨਾਂ ਨੂੰ ਇੱਕ ਹੀ ਪਰਮਾਤਮਾ ਦੀ ਪੂਜਾ ਕਰਨੀ ਚਾਹੀਦੀ ਹੈ। ਤਾਂ ਸਾਡੀ ਜੋ 10ਵੀਂ ਕਲਾਸ ਦੀ ਕਿਤਾਬ ਹੈ, ਕਿਉਂਕਿ ਅਸੀਂ 10ਵੀਂ 12ਵੀਂ ਜਾਂ ਜੋ ਵੀ ਉਮੀਦਵਾਰ ਕਿਸੇ ਟੈਸਟ ਦੀ ਤਿਆਰੀ ਕਰ ਰਹੇ ਹਨ, ਅਸੀਂ ਪੰਜਾਬ ਦੇ ਲਈ ਤਿਆਰੀ ਕਰ ਰਹੇ ਹਾਂ। ਤਾਂ ਸਾਡੀ ਜੋ 10ਵੀਂ ਕਲਾਸ ਦੀ ਕਿਤਾਬ ਹੈ, ਤਾਂ 10ਵੀਂ ਕਲਾਸ ਦੀ ਕਿਤਾਬ ਦੇ ਅਨੁਸਾਰ ਜਗਨਨਾਥਪੁਰੀ ਤੱਕ ਗੁਰੂ ਨਾਨਕ ਦੇਵ ਜੀ ਦੀ ਪਹਿਲੀ ਉਦਾਸੀ ਪੂਰੀ ਕੀਤੀ ਹੋਈ ਹੈ। ਜਗਨਨਾਥਪੁਰੀ ਤੱਕ ਗੁਰੂ ਨਾਨਕ ਦੇਵ ਜੀ ਦੀ ਪਹਿਲੀ ਉਦਾਸੀ ਪੂਰੀ ਕੀਤੀ ਹੋਈ ਹੈ, ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਅਸੀਂ 11 ਸਥਾਨ ਜੋ ਉਹਨਾਂ ਨਾਲ ਸੰਬੰਧਿਤ ਨੇ ਉਹਨਾਂ ਬਾਰੇ ਅਸੀਂ ਚਰਚਾ ਕੀਤੀ ਹੈ, ਉਹਨਾਂ ਬਾਰੇ ਅਸੀਂ ਚੰਗੀ ਤਰ੍ਹਾਂ ਦੇਖਿਆ ਹੈ। ਤਾਂ ਜਗਨਨਾਥਪੁਰੀ ਤੋਂ ਬਾਅਦ ਜੋ ਦੱਖਣ ਵਾਲੇ ਪਾਸੇ ਗੁਰੂ ਨਾਨਕ ਦੇਵ ਜੀ ਦੀ ਯਾਤਰਾ ਹੈ, 10ਵੀਂ ਕਲਾਸ ਦੀ ਕਿਤਾਬ ਵਿੱਚ ਉਸ ਨੂੰ ਦੂਜੀ ਉਦਾਸੀ ਦੇ ਰੂਪ ਦਿੱਤਾ ਹੋਇਆ ਹੈ। ਤਾਂ ਕਰਕੇ ਕਿਉਂਕਿ ਜਿਹੜੇ ਉਮੀਦਵਾਰ ਖਾਸ ਕਰਕੇ ਕਿਸੇ ਵੀ ਟੈਸਟ ਦੀ ਤਿਆਰੀ ਕਰ ਰਹੇ ਹਨ ਉਹਨਾਂ ਲਈ ਇਹ ਜ਼ਰੂਰੀ ਹੈ, ਕਿਉਂਕਿ ਅਸੀਂ ਪੰਜਾਬ ਦੇ ਟੈਸਟ ਲਈ ਤਿਆਰੀ ਕਰ ਰਹੇ ਹਾਂ। ਤਾਂ ਪੰਜਾਬ ਦੀ ਜੋ ਕਿਤਾਬ ਹੈ ਅਹਿਮ 10ਵੀਂ ਕਲਾਸ ਦੀ, ਉਸ ਦੇ ਵਿੱਚ ਜਗਨਨਾਥਪੁਰੀ ਤੱਕ ਗੁਰੂ ਨਾਨਕ ਦੇਵ ਜੀ ਦੀ ਪਹਿਲੀ ਉਦਾਸੀ ਪੂਰੀ ਕੀਤੀ ਹੋਈ ਹੈ। ਇਸ ਤੋਂ ਅੱਗੇ ਉਹਨਾਂ ਦੀ ਦੂਸਰੀ ਉਦਾਸੀ ਸ਼ੁਰੂ ਹੋ ਜਾਂਦੀ ਹੈ। ਇਹ ਤੁਸੀਂ ਮਾਈਂਡ ਮੈਪ ਹੈ, ਜੋ ਮਾਈਂਡ ਮੈਪ ਤੁਸੀਂ ਦੇਖ ਸਕਦੇ ਹੋ। ਸੈਯਦਪੁਰ ਤੋਂ ਲੰਬਾ, ਪੇਹੋਵਾ ਤੋਂ ਕੁਰੂਕਸ਼ੇਤਰ, ਦਿੱਲੀ, ਹਰਿਦੁਆਰ, ਗੋਰਖਮਤਾ, ਬਨਾਰਸ, ਗਿਆ ਅਤੇ ਹਾਜੀਪੁਰ, ਧੁਬਰੀ ਅਤੇ ਕਾਮਰੂਪ, ਸਿਲਹਟ ਅਤੇ ਢਾਕਾ ਅਤੇ ਫਿਰ ਜਗਨਨਾਥਪੁਰੀ। ਇਹ ਸਾਰੇ ਸਥਾਨ ਗੁਰੂ ਨਾਨਕ ਦੇਵ ਜੀ ਦੇ ਜੋ ਮਾਈਂਡ ਮੈਪ ਹੈ ਗੁਰੂ ਨਾਨਕ ਦੇਵ ਜੀ ਦੀ ਪਹਿਲੀ ਉਦਾਸੀ ਦੇ ਨਾਲ ਸੰਬੰਧਿਤ ਹੈ। ਇਸ ਤੋਂ ਅੱਗੇ ਦੂਜੀ ਉਦਾਸੀ ਜੋ ਕਿ 1510 ਤੋਂ ਲੈ ਕੇ 1515 ਈਸਵੀ ਤੱਕ ਦੀ ਹੈ। ਤਾਂ ਫਿਰ ਗੁਰੂ ਨਾਨਕ ਦੇਵ ਜੀ ਭਾਵ ਫਿਰ ਜਗਨਨਾਥਪੁਰੀ ਤੋਂ ਹੁੰਦੇ ਹੋਏ 1510 ਤੋਂ 1515 ਤੱਕ ਉਹਨਾਂ ਦੀ ਦੂਜੀ ਉਦਾਸੀ ਦਿੱਤੀ ਗਈ ਹੈ। ਤਾਂ ਫਿਰ ਗੁਰੂ ਨਾਨਕ ਦੇਵ ਜੀ ਜਗਨਨਾਥਪੁਰੀ ਤੋਂ ਹੁੰਦੇ ਹੋਏ ਫਿਰ ਗੰਟੂਰ ਜੋ ਕਿ ਆਂਧਰਾ ਪ੍ਰਦੇਸ਼ ਦੇ ਵਿੱਚ ਹੈ, ਗੰਟੂਰ, ਕਾਂਚੀਪੁਰਮ ਜੋ ਕਿ ਤਾਮਿਲਨਾਡੂ ਵਿੱਚ ਹੈ, ਅਤੇ ਆਦਿ ਥਾਵਾਂ ਦੀ ਯਾਤਰਾ ਕਰਦੇ ਹੋਏ ਜਿੱਥੇ ਜਿੱਥੇ ਅੱਜ ਕੱਲ੍ਹ ਉਹਨਾਂ ਦੀ ਯਾਦ ਵਿੱਚ ਗੁਰਦੁਆਰੇ ਵੀ ਹਨ। ਅਖੀਰ ਦੇ ਵਿੱਚ ਗੁਰੂ ਜੀ ਦੱਖਣ ਦੇ ਵਿੱਚ ਸ਼੍ਰੀ ਲੰਕਾ ਪਹੁੰਚ ਜਾਂਦੇ ਨੇ। ਦੂਜੀ ਉਦਾਸੀ ਦੇ ਵਿੱਚ
ਗੁਰੂ ਨਾਨਕ ਦੇਵ ਜੀ ਸ਼੍ਰੀ ਲੰਕਾ ਪਹੁੰਚ ਜਾਂਦੇ ਨੇ। ਅਤੇ ਕਿਹਾ ਜਾਂਦਾ ਕਿ ਉਸ ਸਮੇਂ ਜੋ ਸ਼੍ਰੀ ਲੰਕਾ ਦਾ ਰਾਜਾ ਸੀ ਉਹ ਸ਼ਿਵਨਾਭ ਜਾਂ ਸ਼ਿਵਨਾਥ ਸੀ। ਅਤੇ ਗੁਰੂ ਨਾਨਕ ਦੇਵ ਜੀ ਨਾਲ ਉਹਨਾਂ ਦੀ ਮੁਲਾਕਾਤ ਹੋਈ। ਉਹ ਸ਼੍ਰੀ ਲੰਕਾ ਦਾ ਰਾਜਾ ਸ਼ਿਵਨਾਥ ਜਾਂ ਸ਼ਿਵਨਾਭ ਅਤੇ ਉਸ ਦੀਆਂ ਰਾਣੀਆਂ ਗੁਰੂ ਨਾਨਕ ਦੇਵ ਜੀ ਦੇ ਸਾਰੇ ਸ਼ਰਧਾਲੂ ਬਣ ਗਏ। ਅਤੇ ਗੁਰੂ ਜੀ ਨੇ ਪ੍ਰਚਾਰ ਕਰਨ ਲਈ ਉੱਥੇ ਇੱਕ ਝੰਡਾ ਬੇਦੀ, ਗੁਰੂ ਨਾਨਕ ਦੇਵ ਜੀ ਨੇ ਉੱਥੇ ਪ੍ਰਚਾਰ ਕਰਨ ਲਈ ਆਪਣਾ ਇੱਕ ਸ਼ਰਧਾਲੂ ਝੰਡਾ ਬੇਦੀ ਨਾਂ ਦੇ ਵਿਅਕਤੀ ਨੂੰ ਆਪਣਾ ਉੱਥੇ ਸ਼ਰਧਾਲੂ ਬਣਾਇਆ ਅਤੇ ਉਸ ਨੂੰ ਪ੍ਰਚਾਰ ਕਰਨ ਲਈ ਉੱਥੇ ਗੁਰੂ ਜੀ ਉਸ ਨੂੰ ਆਪਣਾ ਚੇਲਾ ਬਣਾ ਕੇ ਆਏ। ਤਾਂ ਦੋ ਗੱਲਾਂ ਨੇ ਗੀਆਂ ਮੇਨ। ਤਾਂ ਜਦੋਂ ਗੁਰੂ ਨਾਨਕ ਦੇਵ ਜੀ ਸ਼੍ਰੀ ਲੰਕਾ ਵਿੱਚ ਗਏ ਤਾਂ ਉੱਥੋਂ ਦਾ ਰਾਜਾ ਕੌਣ ਸੀ? ਸ਼ਿਵਨਾਥ ਜਾਂ ਸ਼ਿਵਨਾਭ, ਦੋਨੇ ਨਾਮ ਲਿਖੇ ਹੋਏ ਨੇ। ਇਹਨਾਂ ਵਿੱਚੋਂ ਇੱਕ ਜਾਂ ਸ਼ਿਵਨਾਥ ਜਾਂ ਸ਼ਿਵਨਾਭ। ਅਤੇ ਸ਼ਰਧਾਲੂ ਕਿਹਨੂੰ ਬਣਾਇਆ ਸੀ ਉੱਥੇ, ਯਾਨੀ ਕਿ ਗੁਰੂ ਜੀ ਨੇ ਕਿਸ ਨੂੰ ਆਪਣਾ ਉਹ ਕੀਤਾ ਸੀਗਾ ਪ੍ਰਚਾਰ ਕਰਨ ਲਈ? ਝੰਡਾ ਬੇਦੀ ਨਾਮੀ ਵਿਅਕਤੀ ਨੂੰ। ਜੇਕਰ ਯਾਦ ਕਰਨਾ ਹੈ, ਕਿਉਂਕਿ ਬੇਦੀ ਜਾਤੀ ਗੁਰੂ ਜੀ ਦੀ ਆਪਣੀ ਸੀ, ਤਾਂ ਝੰਡਾ ਤੁਸੀਂ ਝੰਡੇ ਬਾਰੇ ਸਾਰੇ ਹੀ ਜਾਣਦੇ ਹੋ। ਤਾਂ ਝੰਡਾ ਬੇਦੀ ਨਾਮੀ ਵਿਅਕਤੀ ਨੂੰ ਉੱਥੇ ਗੁਰੂ ਜੀ ਪ੍ਰਚਾਰ ਦੇ ਲਈ ਛੱਡ ਕੇ ਆਏ ਸਨ। ਕਿਹਾ ਜਾਂਦਾ ਹੈ ਕਿ ਅਨੁਰਾਧਾਪੁਰ ਜੋ ਸ਼੍ਰੀ ਲੰਕਾ ਦਾ ਇੱਕ ਨਗਰ ਹੈ, ਅਨੁਰਾਧਾਪੁਰ ਦੇ ਨਗਰ ਦੇ ਅਜਾਇਬ ਘਰ ਵਿੱਚ ਇੱਕ ਸ਼ਿਲਾਲੇਖ ਬਣਿਆ ਹੋਇਆ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਨਾਨਕਚਾਰੀਆ ਨਾਮੀ, ਭਾਵ ਗੁਰੂ ਨਾਨਕ ਦੇਵ ਜੀ, ਨਾਨਕਚਾਰੀਆ ਨਾਮੀ ਸੰਤ ਦੀ ਵਾਰਤਾਲਾਪ ਲੰਕਾ ਦੇ ਰਾਜਾ ਪਰਾਕਰਮ ਬਹੂ ਨਾਲ ਹੋਈ। ਇਹ ਉੱਥੇ ਜੋ ਉੱਥੋਂ ਦਾ ਅਨੁਰਾਧਾਪੁਰ ਨਗਰ ਦਾ ਅਜਾਇਬ ਘਰ ਹੈ, ਉੱਥੇ ਇੱਕ ਸ਼ਿਲਾਲੇਖ ਲੱਗਿਆ ਅਤੇ ਜਿਸ ਦੇ ਉੱਤੇ ਲਿਖਿਆ ਹੋਇਆ ਕਿ ਨਾਨਕਚਾਰੀਆ ਨਾਮੀ ਸੰਤ ਦਾ ਵਾਰਤਾਲਾਪ ਲੰਕਾ ਦੇ ਰਾਜਾ ਪਰਾਕਰਮ ਬਹੂ ਨਾਲ ਹੋਈ। ਤਾਂ ਫਿਰ ਇੱਥੋਂ ਗੁਰੂ ਨਾਨਕ ਜੀ ਸ਼੍ਰੀ ਲੰਕਾ ਤੋਂ ਗੁਰੂ ਨਾਨਕ ਦੇਵ ਜੀ ਵਾਪਸ ਹੋਏ। ਤਾਂ ਵਾਪਸੀ 'ਤੇ ਲੰਕਾ ਤੋਂ ਮੁੜਦੇ ਹੋਏ ਫਿਰ ਉਹ ਕਰਨਾਟਕਾ, ਨਾਂਦੇੜ ਸਾਹਿਬ, ਮਹਾਰਾਸ਼ਟਰ, ਬਿਦਰ, ਉਹ ਵੀ ਕਰਨਾਟਕਾ ਵਿੱਚ ਹੀ ਹੈ, ਬੜੌਦਾ, ਦੁਆਰਕਾ, ਗਿਰਨਾਰ, ਜੂਨਾਗੜ੍ਹ ਅਤੇ ਗਿਰਨਾਰ ਗੁਜਰਾਤ ਦੇ ਵਿੱਚ ਹੈ, ਉਜੈਨ ਮੱਧ ਪ੍ਰਦੇਸ਼ ਦੇ ਵਿੱਚ ਹੈ, ਭਾਵ ਕਰਨਾਟਕਾ, ਮੱਧ ਪ੍ਰਦੇਸ਼, ਰਾਜਸਥਾਨ ਦੇ ਅਜਮੇਰ, ਚਿਤੌੜਗੜ੍ਹ ਹੁੰਦੇ ਹੋਏ ਗੁਰੂ ਜੀ ਮਥੁਰਾ ਪਹੁੰਚੇ। ਭਾਵ ਸ਼੍ਰੀ ਲੰਕਾ ਤੋਂ ਵਾਪਸ ਹੁੰਦੇ ਹੋਏ ਉਹ ਇਵੇਂ ਦਾ ਟੂਰ ਬਣਾ ਕੇ ਕਰਦੇ ਉਹ ਅਖੀਰ ਮਥੁਰਾ ਪਹੁੰਚੇ, ਜਿਸ ਦੇ ਵਿੱਚ ਉਹ ਕਰਨਾਟਕਾ ਦੀ ਜੋ ਜਗ੍ਹਾ ਸੀਗੀ ਉੱਥੋਂ ਦੇ, ਫਿਰ ਮਹਾਰਾਸ਼ਟਰ, ਫਿਰ ਗੁਜਰਾਤ ਦਾ ਜੂਨਾਗੜ੍ਹ, ਗਿਰਨਾਰ, ਉਜੈਨ ਮੱਧ ਪ੍ਰਦੇਸ਼, ਅਜਮੇਰ, ਚਿਤੌੜਗੜ੍ਹ ਹੁੰਦੇ ਹੋਏ ਗੁਰੂ ਨਾਨਕ ਦੇਵ ਜੀ ਮਥੁਰਾ ਪਹੁੰਚੇ। ਅਤੇ ਮਥੁਰਾ ਹੈ ਉਹ ਹਿੰਦੂ ਧਰਮ ਦਾ ਮੁੱਖ ਕੇਂਦਰ ਹੈ। ਉੱਥੇ ਜੋ ਵੈਸ਼ਨਵ ਮੱਤ ਦੇ ਬ੍ਰਾਹਮਣਾਂ ਨਾਲ ਵਾਦ ਵਿਵਾਦ ਹੋਇਆ ਅਤੇ ਗੁਰੂ ਜੀ ਨੇ ਉਹਨਾਂ ਨੂੰ ਵੀ ਪ੍ਰਭਾਵਿਤ ਕੀਤਾ। ਤਾਂ ਇਹ ਜ਼ਿਆਦਾ ਕੋਈ ਐਡਾ ਅਹਿਮ ਨਹੀਂ। ਅਤੇ ਸ਼੍ਰੀ ਲੰਕਾ ਤੋਂ ਹੁੰਦੇ ਹੋਏ ਗੁਰੂ ਨਾਨਕ ਦੇਵ ਜੀ ਮਥੁਰਾ ਪਹੁੰਚੇ ਸਨ। ਅਤੇ ਮਥੁਰਾ ਤੋਂ ਗੁਰੂ ਨਾਨਕ ਦੇਵ ਜੀ ਸਿਰਸਾ ਜੋ ਕਿ ਹਰਿਆਣਾ ਦੇ ਵਿੱਚ ਹੈ। ਤਾਂ ਇੱਥੋਂ ਸਿੱਧੀ ਜਿਹੀ ਗੱਲ ਕਲੀਅਰ ਹੁੰਦੀ ਆ ਕਿ ਨੀਚੋਂ ਦੱਖਣ ਤੋਂ ਉੱਪਰ ਵੱਲ ਹੁੰਦੇ ਹੋਏ ਕਰਨਾਟਕਾ, ਮਹਾਰਾਸ਼ਟਰ ਤੋਂ ਮੱਧ ਪ੍ਰਦੇਸ਼, ਗੁਜਰਾਤ, ਰਾਜਸਥਾਨ, ਫਿਰ ਰਾਜਸਥਾਨ ਤੋਂ ਬਾਅਦ ਮਥੁਰਾ ਯੂਪੀ ਵਿੱਚ ਹੈ। ਅਤੇ ਮਥੁਰਾ ਤੋਂ ਬਾਅਦ ਦੁਬਾਰੇ ਉਹਨਾਂ ਨੇ ਵਾਪਸੀ ਕਰਨੀ ਸੀ ਆਪਣੀ, ਤਾਂ ਫਿਰ ਉਹਨਾਂ ਨੇ ਫਿਰ ਕਿੱਥੇ ਆਏ? ਸਿਰਸਾ, ਜੋ ਕਿ ਹਰਿਆਣਾ ਸਟੇਟ ਦੇ ਵਿੱਚ ਹੈ। ਉੱਥੇ ਉਹਨਾਂ ਦੀ ਮੁਲਾਕਾਤ ਇੱਕ ਮੁਸਲਮਾਨ ਫਕੀਰ ਦੇ ਨਾਲ ਹੋਈ। ਅਤੇ ਸਿਰਸਾ ਦੇ ਵਿਖੇ ਉਹਨਾਂ ਦੀ ਮੁਲਾਕਾਤ ਇੱਕ ਮੁਸਲਮਾਨ ਫਕੀਰ ਦੇ ਨਾਲ ਹੋਈ, ਜਿੱਥੇ ਗੁਰੂ ਜੀ ਉੱਥੇ ਇੱਕ ਥਾਂ ਦੇ ਨੇੜੇ ਦੀਵਾਰ 'ਤੇ ਹੁਣ ਵੀ ਚੇਲਾ ਬਾਬਾ ਨਾਨਕ ਸ਼ਬਦ ਅੰਕਿਤ ਹਨ। ਜਿਵੇਂ ਸ਼੍ਰੀ ਲੰਕਾ ਦੇ ਅਨੁਰਾਧਾਪੁਰ ਨਗਰ ਦੇ ਅਜਾਇਬ ਘਰ ਵਿੱਚ ਲਿਖਿਆ ਹੋਇਆ ਕਿ ਨਾਨਕਚਾਰੀਆ ਨਾਮੀ ਸੰਤ ਦੀ ਵਾਰਤਾਲਾਪ ਲੰਕਾ ਦੇ ਰਾਜਾ ਪਰਾਕਰਮ ਬਹੂ ਨਾਲ ਹੋਈ। ਉਸੇ ਤਰ੍ਹਾਂ ਜਿੱਥੇ ਸਿਰਸਾ 'ਚ ਗੁਰੂ ਨਾਨਕ ਦੇਵ ਜੀ ਮੁਸਲਿਮ ਫਕੀਰ ਨਾਲ ਮੁਲਾਕਾਤ ਹੋਈ ਸੀ, ਉੱਥੇ ਲਿਖਿਆ ਹੋਇਆ ਚੇਲਾ ਬਾਬਾ ਨਾਨਕ। ਇਹ ਮੈਂ ਉਹੀ ਗੱਲਾਂ ਲਿਖੀਆਂ ਨੇ ਜੋ ਪੇਪਰ ਦੇ ਨਾਲ ਸੰਬੰਧਿਤ ਹਨ। ਬਾਕੀ ਤੁਸੀਂ ਖੁਦ ਵੀ ਪੜ੍ਹ ਸਕਦੇ ਹੋ, ਤੁਸੀਂ ਜਿਹੜੀ ਮਰਜ਼ੀ ਕਿਤਾਬ ਪੜ੍ਹ ਸਕਦੇ ਹੋ, ਉਹ ਤੁਹਾਡੀ ਆਪਣੀ ਸਮਝ ਹੈ, ਆਪਣੀ ਸੋਚ ਹੈ। ਜੋ 10ਵੀਂ ਕਲਾਸ ਦੇ ਵਿਦਿਆਰਥੀ ਨੇ ਉਹ 10ਵੀਂ ਕਲਾਸ ਦੀ ਬੁੱਕ ਪੜ੍ਹ ਸਕਦੇ ਨੇ,
क्योंकि ये सारिया क्लासां वास्ते ही है, 10वीं वास्ते भी है, 12वीं वास्ते भी है, BA वास्ते भी है। ਇੱਥੋਂ ਤੱਕ ਕਿ ਜਿਹੜੇ ਵਿਦਿਆਰਥੀ MA ਕਰ ਰਹੇ ਨੇ ਅਤੇ ਜਿੱਥੇ ਉਹਨਾਂ ਨੂੰ ਸਿੱਖ ਧਰਮ ਬਾਰੇ ਆਉਂਦਾ ਹੈ ਉਹ ਵੀ ਕਰ ਸਕਦੇ ਹਨ। ਇਸ ਤੋਂ ਅੱਗੇ ਪਾਕਪਟਨ। ਪਾਕਪਟਨ ਤੁਹਾਨੂੰ ਸਾਰਿਆਂ ਨੇ ਸੁਣਿਆ ਹੈ ਸ਼ੇਖ ਫਰੀਦ ਬਾਰੇ। ਸ਼ੇਖ ਫਰੀਦ ਨਾਲ ਸੰਬੰਧਿਤ ਸਥਾਨ ਹੈ। ਤਾਂ ਪਾਕਪਟਨ 'ਚ ਉਹਨਾਂ ਦੀ ਮੁਲਾਕਾਤ ਸ਼ੇਖ ਫਰੀਦ ਦੇ 10ਵੇਂ ਉੱਤਰਾਧਿਕਾਰੀ ਸ਼ੇਖ ਬ੍ਰਹਮ ਨਾਲ ਹੋਈ ਸੀ। ਪਾਕਪਟਨ ਦੇ ਵਿੱਚ ਉਹਨਾਂ ਦੀ ਮੁਲਾਕਾਤ ਸ਼ੇਖ ਫਰੀਦ ਦੇ 10ਵੇਂ ਉੱਤਰਾਧਿਕਾਰੀ ਸ਼ੇਖ ਬ੍ਰਹਮ ਨਾਲ ਹੋਈ ਸੀ। ਫਿਰ ਪਾਕਪਟਨ ਤੋਂ ਗੁਰੂ ਜੀ ਦਿਪਾਲਪੁਰ ਪਾਕਿਸਤਾਨ ਵਾਲੇ ਪਾਸੇ ਦਿਪਾਲਪੁਰ ਤੋਂ ਹੁੰਦੇ ਹੋਏ ਗੁਰੂ ਜੀ ਤਲਵੰਡੀ ਪਹੁੰਚੇ। ਅਤੇ ਤਲਵੰਡੀ ਕਿਉਂਕਿ ਉੱਥੇ ਉਹਨਾਂ ਦਾ ਜਨਮ ਹੋਇਆ ਸੀ, ਰਾਏ ਭੋਜੀ ਤਲਵੰਡੀ ਪਹੁੰਚੇ ਅਤੇ ਤਲਵੰਡੀ ਤੋਂ ਉਹ ਆਪਣੀ ਭੈਣ ਨਾਨਕੀ ਨੂੰ ਮਿਲਣ ਵਾਸਤੇ ਸੁਲਤਾਨਪੁਰ ਲੋਧੀ ਵਿਖੇ ਆਏ। ਅਤੇ ਇਸ ਤਰ੍ਹਾਂ ਇਹ ਗੁਰੂ ਨਾਨਕ ਦੇਵ ਜੀ ਦੀਆਂ 2 ਉਦਾਸੀਆਂ, ਪਹਿਲੀ ਅਤੇ ਦੂਜੀ। ਜੋ ਗੁਰੂ ਨਾਨਕ 10ਵੀਂ ਕਲਾਸ ਦੀ ਕਿਤਾਬ ਹੈ ਉਸ ਦੇ ਵਿੱਚ ਜੋ ਗੁਰੂ ਨਾਨਕ ਦੇਵ ਜੀ ਦੀ ਪਹਿਲੀ ਉਦਾਸੀ ਹੈ ਉਹ ਜਗਨਨਾਥਪੁਰੀ 'ਚ ਪੂਰੀ ਕੀਤੀ ਹੋਈ ਹੈ। ਅਤੇ ਦੂਸਰੀ ਜੋ ਦੱਖਣ ਭਾਰਤ ਵਾਲੀ ਉਦਾਸੀ ਹੈ ਉਸ ਨੂੰ ਦੂਜਾ ਭਾਗ ਦੇ ਕੇ ਭਾਵ ਦੂਜੀ ਉਦਾਸੀ ਦਾ ਰੂਪ ਦਿੱਤਾ ਹੋਇਆ 510 ਤੋਂ ਲੈ ਕੇ 515 ਤੱਕ ਦਾ। ਅਤੇ ਜੋ ਇਹਨਾਂ ਨੇ ਸਮਾਪਤ ਆਪਣੇ ਜੱਦੀ ਪਿੰਡ ਜਿੱਥੇ ਜਨਮ ਹੋਇਆ ਸੀ ਰਾਏ ਭੋਜੀ ਤਲਵੰਡੀ ਉੱਥੇ ਸਮਾਪਤ ਕੀਤੀ ਅਤੇ ਉੱਥੋਂ ਫਿਰ ਆਪਣੀ ਭੈਣ ਨੂੰ ਮਿਲਣ ਦੇ ਲਈ ਸੁਲਤਾਨਪੁਰ ਲੋਧੀ ਜੋ ਕਿ ਜ਼ਿਲ੍ਹਾ ਜਲੰਧਰ ਦੇ ਵਿੱਚ ਹੈ ਉੱਥੇ ਆਏ ਸਨ। ਇਸ ਤਰ੍ਹਾਂ ਅਸੀਂ ਨੇ ਗੁਰੂ ਨਾਨਕ ਦੇਵ ਜੀ ਦੀਆਂ 2 ਉਦਾਸੀਆਂ ਬਾਰੇ ਕੀਤਾ। ਮੈਂ ਉਮੀਦ ਕਰਦਾ ਕਿ ਤੁਹਾਨੂੰ ਭਾਵੇਂ ਕੰਮ ਘੱਟ ਹੁੰਦਾ ਪਰ ਮੈਂ ਕੋਸ਼ਿਸ਼ ਕਰਦਾ ਕਿ ਤੁਹਾਡੇ ਦਿਮਾਗ ਦੇ ਵਿੱਚ ਇੱਕ ਨਕਸ਼ਾ ਜਾਂ ਇੱਕ ਮੈਪ ਜਿਹਾ ਫਿੱਟ ਹੋ ਜਾਵੇ ਤਾਂ ਕਿ ਜੋ ਪ੍ਰਸਿੱਧ ਸਥਾਨ ਨੇ ਇਹਨਾਂ ਨਾਲ ਫੇਮਸ ਜਗ੍ਹਾ ਨੇ ਕਿਹਦੇ ਨਾਲ ਮੁਲਾਕਾਤ ਹੋਈ, ਜਿਵੇਂ ਕਾਮਰੂਪ ਦੇ ਵਿੱਚ ਜਾਦੂਗਰਨੀ ਨੂਰ ਸ਼ਾਹ ਨਾਲ, ਧੂਬਰੀ ਦੇ ਵਿੱਚ ਸ਼ੰਕਰ ਦੇਵ ਨਾਲ, ਸ਼੍ਰੀਲੰਕਾ ਦੇ ਵਿੱਚ ਸ਼ਿਵਨਾਥ ਨਾਲ, ਅਤੇ ਇਸੇ ਤਰ੍ਹਾਂ ਜਿਵੇਂ ਫਿਰ ਚਤੁਰਦਾਸ ਨਾਲ ਬਨਾਰਸ ਦੇ ਵਿੱਚ। ਇਹ ਜਗ੍ਹਾ ਜ਼ਰੂਰੀ ਨੇ ਕਿਉਂਕਿ ਤੁਹਾਨੂੰ ਬਿਲਕੁਲ ਇਨ ਬਿਨ ਐਵੇਂ ਦੇ ਹੀ ਕੁਐਸਚਨ ਆ ਸਕਦੇ ਨੇ। ਅਤੇ ਜ਼ਿਆਦਾ ਹੀ ਉਹ ਕਰਾਂਗੇ, ਜ਼ਿਆਦਾ ਲਿਖੂੰਗਾ ਤਾਂ ਉਹਦਾ ਕੋਈ ਫਾਇਦਾ ਨਹੀਂ। ਜੋ ਮੇਨ ਆ ਉਹ ਮੈਂ ਤੁਹਾਨੂੰ ਦੱਸ ਦਿੱਤਾ ਹੈ। ਅਤੇ ਮੇਰੀ ਕੋਸ਼ਿਸ਼ ਇਹ ਹੈ ਕਿ ਤੁਹਾਨੂੰ ਚਾਹੇ ਘੱਟ ਕੰਮ ਕਰ ਲਈਏ ਪਰ ਸਮਝ ਆ ਜਾਏ, ਕਿਉਂਕਿ ਐਵੇਂ ਜੇ ਜ਼ਿਆਦਾ ਤੇਜ਼ ਕੰਮ ਕਰਾਂਗੇ ਕੋਈ ਫਾਇਦਾ ਨਹੀਂ ਹੈ। ਸਾਰੇ ਫਿਰ ਉਸ ਤੋਂ ਬਾਅਦ ਬੋਰ ਹੋਣ ਲੱਗ ਜਾਂਦੇ ਨੇ ਵੀ ਕੁਝ ਸਮਝ ਨਹੀਂ ਆ ਰਿਹਾ। ਤਾਂ ਫਿਰ ਇਸ ਤਰ੍ਹਾਂ ਅਸੀਂ ਜੋ ਗੁਰੂ ਨਾਨਕ ਦੇਵ ਜੀ ਦੀਆਂ 2 ਯਾਤਰਾਵਾਂ 2 ਉਦਾਸੀਆਂ ਕੀਤੀਆਂ ਹਨ ਇਹਨਾਂ ਦਾ ਪੂਰਾ ਮੈंने ਇਹ ਮਾਈਂਡ ਮੈਪ ਬਣਾਇਆ ਹੈ। ਪਹਿਲੀ ਉਦਾਸੀ ਦੇ 11 ਸਥਾਨ ਨੇ ਮੇਨ ਅਤੇ ਇੱਧਰ ਦੂਜੀ ਉਦਾਸੀ ਦੇ ਜੋ 11 ਮੇਨ ਜਗ੍ਹਾ ਨੇਗੀਆਂ ਉਹ ਕੀਤੀਆਂ ਹਨ, ਤਾਂ ਜੋ ਤੁਸੀਂ ਇਹ ਦੋਨੇ ਉਦਾਸੀਆਂ ਦਾ ਜੋ ਮਾਈਂਡ ਮੈਪ ਹੈ ਤੁਹਾਡੇ ਦਿਮਾਗ ਦੇ ਵਿੱਚ ਚੰਗੀ ਤਰ੍ਹਾਂ ਫਿੱਟ ਹੋ ਜੇ ਅਤੇ ਤੁਸੀਂ ਕਦੇ ਨਾ ਭੁੱਲੋ। ਮੈਂ ਨਾਲ ਜੋ ਘਟਨਾ ਵਾਪਰੀ ਉਹ ਵੀ ਲਿਖੀ ਹੋਈ ਹੈ। ਸੱਯਦਪੁਰ ਭਾਈ ਲਾਲੋ ਅਤੇ ਮਲਿਕ ਭਾਗੋ, ਤੁਲੰਬਾ ਸੱਜਣ ਠੱਗ, ਪੇਹੋਵਾ ਅਤੇ ਕੁਰੂਕਸ਼ੇਤਰ ਸੂਰਜ ਗ੍ਰਹਿਣ, ਪਾਣੀਪਤ ਅਤੇ ਦਿੱਲੀ, ਪਾਣੀਪਤ 'ਚ ਹੋਈ ਸੀਗੀ ਸ਼ੇਖ ਇਦੁਲ ਕਬੀਰ ਨਾਲ, ਅਤੇ ਦਿੱਲੀ 'ਚ ਹੈਗਾ ਉੱਥੇ ਮਜਨੂ ਦਾ ਟਿੱਲਾ, ਗੋਰਖਨਾਥ ਦੇ ਜੋ ਚੇਲੇ ਸੀ ਉਹਨਾਂ ਨਾਲ ਮੁਲਾਕਾਤ ਹੋਈ, ਬਨਾਰਸੀ ਠੱਗ ਪੰਡਿਤ ਚਤੁਰਦਾਸ ਗਿਆ, ਅਤੇ ਹਾਜੀਪੁਰ ਉਹ ਬੁੱਧ ਧਰਮ ਨਾਲ ਸੰਬੰਧਿਤ ਆ, ਧੂਬਰੀ ਸ਼ੰਕਰ ਦੇਵ, ਅਤੇ ਕਾਮਰੂਪ ਜਾਦੂਗਰਨੀ ਨੂਰ ਸ਼ਾਹੀ, ਸਿਲਹਟ ਅਤੇ ਢਾਕਾ ਉੱਥੇ ਵੀ ਸ਼ੇਖ ਜਲਾਲ ਨਾਲ ਮੁਲਾਕਾਤ ਹੋਈ ਢਾਕਾ 'ਚ। ਕਿਉਂਕਿ ਢਾਕਾ ਵੈਸੇ ਵੀ ਜੇ ਯਾਦ ਕਰੀਏ ਜੋ ਢਾਕਾ ਹੈ ਬੰਗਲਾਦੇਸ਼ ਦੀ ਰਾਜਧਾਨੀ ਹੈ। ਬੰਗਲਾਦੇਸ਼ ਦੇ ਵਿੱਚ ਜੋ ਸਾਰਾ ਖੇਤਰ ਹੈ ਉਹ ਮੁਸਲਮਾਨਾਂ ਦਾ ਹੈ, ਤਾਂ ਉੱਥੇ ਜੋ ਨਾਮ ਹੈ ਉਹ ਸ਼ੇਖ ਜਲਾਲ ਹੀ ਢੁਕਦਾ ਹੈ। ਉਹ ਹੋਰ ਜੇ ਵੀ ਹਿੰਦੂ ਧਰਮ ਦਾ ਨਾਂ ਲਵਾਂਗੇ ਉੱਥੇ ਨਹੀਂ ਢੁਕਦਾ, ਕਿਉਂਕਿ ਜੋ ਬੰਗਲਾਦੇਸ਼ ਹੈ ਉਹ ਮੁਸਲਮਾਨ ਕੰਟਰੀ ਹੈ, ਮੁਸਲਿਮ ਕੰਟਰੀ ਹੈ। ਜਗਨਨਾਥਪੁਰੀ ਹਿੰਦੂਆਂ ਦਾ ਸਥਾਨ ਹੈ, ਇਹ ਵਿਸ਼ਨੂੰ ਨਾਲ ਸੰਬੰਧਿਤ ਹੈ। ਉੱਥੇ ਵਿਸ਼ਨੂੰ ਦੇ ਬਹੁਤ ਵੱਡੇ ਮੰਦਰ ਨੇ। ਤਾਂ ਜਗਨਨਾਥਪੁਰੀ ਦੇ ਵਿੱਚ ਪਹਿਲੀ ਉਦਾਸੀ ਉਹਨਾਂ ਦੀ ਪੂਰੀ ਕੀਤੀ ਗਈ ਹੈ 10ਵੀਂ ਕਲਾਸ ਦੀ ਬੁੱਕ ਵਿੱਚ। ਉਸ ਤੋਂ ਬਾਅਦ ਦੂਜੀ ਉਦਾਸੀ 1510 ਤੋਂ 1515 ਤੱਕ ਮੇਨ ਸ਼੍ਰੀਲੰਕਾ, ਸ਼ਿਵਨਾਬ, ਮਥੁਰਾ, ਉੱਥੇ ਵੈਸ਼ਨਵ ਮਤ ਦੇ ਬ੍ਰਾਹਮਣ ਨਾਲ ਗੱਲਬਾਤ ਹੋਈ। ਸਿਰਸਾ 'ਚ ਮੁਸਲਿਮ ਫਕੀਰ ਜਿੱਥੇ ਲਿਖਿਆ ਹੋਇਆ ਚੇਲਾ ਬਾਬਾ ਨਾਨਕ। ਉਸ ਤੋਂ ਬਾਅਦ ਫਿਰ ਪਾਕਪਟਨ ਦੇ ਵਿੱਚ ਸ਼ੇਖ ਫਰੀਦ ਤੋਂ ਸ਼ੇਖ ਬ੍ਰਹਮ। ਇਹ ਤੁਹਾਡੇ ਯਾਦ ਹੋ ਜੂਗਾ। ਇਹ ਪੂਰਾ ਮਾਈਂਡ ਮੈਪ ਮੈਨੇ ਬਣਾਇਆ ਹੈ। ਮੈਂ ਉਮੀਦ ਕਰਦਾ ਹਾਂ ਕਿ ਤੁਹਾਨੂੰ ਇਹ ਮਾਈਂਡ ਮੈਪ ਵਧੀਆ ਲੱਗੇਗਾ। ਜੇਕਰ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ, ਵੀਡੀਓ ਨੂੰ ਲਾਈਕ ਕਰੋ ਅਤੇ ਸ਼ੇਅਰ ਕਰੋ। ਅਤੇ ਜੇਕਰ ਕੋਈ ਗਲਤੀ ਹੈ ਤਾਂ ਤੁਸੀਂ ਮੇਰੇ WhatsApp ਨੰਬਰ 'ਤੇ ਵੀ ਮੈਨੂੰ
ਬੇਝਿਜਕ ਹੋ ਕੇ ਦੱਸ ਸਕਦੇ ਹੋ, ਕਿਉਂਕਿ ਮੈਂ ਉਹ ਇਨਸਾਨ ਹਾਂ, ਕਦੇ ਵੀ ਕਿਸੇ ਦੀ ਜੇਕਰ ਮੇਰੀ ਕੋਈ ਗਲਤੀ ਹੈ ਜਾਂ ਕੋਈ ਕੰਮ ਤੁਹਾਨੂੰ ਲੱਗਦਾ ਵੀ ਇਸ ਤਰ੍ਹਾਂ ਕਰਾਇਆ ਜਾਵੇ ਤਾਂ ਮੈਂ ਕੋਸ਼ਿਸ਼ ਕਰਾਂਗਾ ਕਿ ਉਸ ਤਰ੍ਹਾਂ ਮੈਂ ਕਰਾਵਾਂ। ਜੇਕਰ ਕੁਝ ਲੱਗਦਾ ਤਾਂ ਤੁਸੀਂ ਮੇਰੇ WhatsApp ਨੰਬਰ 'ਤੇ ਮੈਨੂੰ ਡਾਇਰੈਕਟ ਮੈਸੇਜ ਵੀ ਕਰ ਸਕਦੇ ਹੋ, ਅਤੇ ਜੇਕਰ ਕੋਈ ਹੋਰ ਜ਼ਿਆਦਾ ਕੋਈ ਦਿੱਕਤ ਹੈ ਤਾਂ ਤੁਸੀਂ ਮੈਨੂੰ ਕਾਲ ਵੀ ਕਰ ਸਕਦੇ ਹੋ। ਮੈਂ ਕੋਸ਼ਿਸ਼ ਕਰਾਂਗਾ ਕਿ ਤੁਹਾਡੇ ਹਰ ਇੱਕ ਗੱਲ ਦਾ ਮੈਂ ਜਵਾਬ ਦੇਵਾਂ। ਧੰਨਵਾਦ।